कर्म नाम वर्णत सुमत। मैं कर्म नाम वर्णन करन लगा, पर ये सारे नहीं, थोड़े ने। कर्म नाम कहंदे ने जो तुहाडे ते खुदा कर्म करदा है, तुहाडे ते दया कीती, ਉਹਦਾ ਨਾਂ ਤੁਸੀਂ ਦਿਆਲੂ ਰੱਖ ਲਿਆ। ਰਹਿਮ ਕੀਤਾ, ਤੁਸੀਂ ਰਹੀਮ ਰੱਖ ਲਿਆ। ਬੜਾ ਵੱਡਾ ਹੈ, ਤੁਸੀਂ ਕਬੀਰ ਕਹਿ ਦਿੱਤਾ। ਇਹ ਕਰਮ ਨਾਮ ਨੇ ਜਿਹੜੇ ਜਿਹੜੇ ਸਾਡੇ ਤੇ ਅਹਿਸਾਨ ਕਰਦਾ, ਅਸੀਂ ਨਾਂ ਪਾਏ ਨੇ, ਸਿਫਾਤੀ ਨਾਮ। ਕਹਿੰਦੇ ਮੈਂ ਲਿਖਣ ਲੱਗਾ, ਲਿਖਦੇ ਲਿਖਦੇ ਨਾ 10 ਲਿਖੇ, 100 ਲਿਖਿਆ। ਮੁਹੰਮਦ ਜੀ ਨੇ 100 ਨਾਮ ਉਚਾਰੇ ਸੀ, ਗੁਰੂ ਗੋਬਿੰਦ ਸਿੰਘ ਨੇ ਕਈ 100 ਨਾਮ ਲਿਖ ਦਿੱਤੇ ਜਾਪ ਸਾਹਿਬ ਵਿੱਚ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਤੇ ਸਾਡੇ ਅਲਪ ਬੁੱਧੀਆਂ ਕੀ ਕੀਤਾ, ਉਹ ਨਾ ਪਰਾਂ ਕਰੋ ਜੀ, ਇਹ ਤੇ ਗੁਰਾਂ ਦੀ ਬਾਣੀ ਨਹੀਂ। ਵੇ ਸੁਣ, ਮੂਰਖ ਨੂੰ ਜੇ ਭਾਸ਼ਾ ਨਹੀਂ ਆਉਂਦੀ, ਅਰਬੀ ਫਾਰਸੀ ਸੰਸਕ੍ਰਿਤ ਦਾ ਗਿਆਨ ਨਹੀਂ ਹੈ, ਇਹਦੇ 'ਚ ਗੁਰੂ ਦਾ ਕੀ ਦੋਸ਼ ਹੈ? ਬੁੱਧੀ ਤੇ ਤੇਰੀ ਨਹੀਂ ਚੱਲਦੀ, ਅਰਥਬੋਧ ਤੈਨੂੰ ਹੈ ਨਹੀਂ ਹੈ, ਸਮਝ ਤੈਨੂੰ ਨਹੀਂ। ਦਸਮ ਬਾਣੀ ਦੀ ਸੰਗਤ ਨੂੰ ਗੁੰਮਰਾਹ ਕਰ ਦਿੰਦੇ ਨੇ। ਮੁਹੰਮਦ ਜੀ ਦੀ ਮਹਾਨਤਾ ਹੀ ਇੱਥੋਂ ਹੈ ਵੀ ਉਹਨੂੰ 100 ਨਾਮ ਆਉਂਦਾ ਸੀ ਖੁਦਾ ਦਾ, ਤੇ 1.25 ਲੱਖ ਪੈਗੰਬਰ ਚੋਂ ਸਿਰਮੌਰ ਗਿਣਿਆ ਗਿਆ। ਤੇ ਤੁਹਾਡੇ ਗੁਰੂ ਨੇ 1000 ਤੋਂ ਉੱਤੇ ਜਾਪ ਸਾਹਿਬ ਵਿੱਚ ਨਾਮ ਰੱਖੇ ਨੇ। ਉਹ ਕਿੱਡਾ ਵੱਡਾ ਰਹਿਬਰ ਹੋਵੇਗਾ, ਤੁਸੀਂ ਆਪ ਸਮਝ ਲਓ। ਫਿਰ ਇਕਲੌਤੇ ਕਵੀ ਹੋਏ ਨੇ ਜਿਹੜੇ ਇੱਕ ਛੰਦ ਦੇ ਵਿੱਚ, ਇੱਕ ਪੰਕਤੀ ਦੇ ਵਿੱਚ ਕਈ ਲੈਂਗੁਏਜਸ ਨੂੰ ਇਕੱਠਿਆਂ ਕਰ ਰਹੇ ਨੇ। ਤੁਸੀਂ ਪਹਿਲਾ ਛੰਦ ਉਹਨਾਂ ਦਾ ਪੜ੍ਹੋਗੇ ਨਾ, ਜਦੋਂ ਉਹਨਾਂ ਦੀ ਬਾਣੀ 'ਚ ਇੱਥੇ ਆਓਗੇ ਤੁਸੀਂ, ਭੁਜੰਗ ਪ੍ਰਿਆਤ ਛੰਦ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਜਿੱਥੇ ਜਿੱਥੇ ਵੀ ਨਮਸਤਵੰ ਵਾਲਾ ਛੰਦ ਆ ਰਿਹਾ ਹੈ, ਨਮਸਤਵੰ ਲਫ਼ਜ਼ ਸੰਸਕ੍ਰਿਤ ਦਾ ਹੈ, ਤੈਨੂੰ ਨਮਸਕਾਰ ਹੈ। ਅਕਾਲ ਲਫ਼ਜ਼ ਸੰਸਕ੍ਰਿਤ ਦਾ ਹੈ, ਕਿਰਪਾਲ ਲਫ਼ਜ਼ ਸੰਸਕ੍ਰਿਤ ਦਾ ਹੈ। ਸੰਸਕ੍ਰਿਤ ਵਿੱਚ ਲਿਖ ਰਹੇ ਨੇ। ਅੱਗੇ ਛੰਦ ਸ਼ੁਰੂ ਹੁੰਦਾ ਹੈ, ਭਗਵਤੀ ਛੰਦ ਤਵਾ ਪ੍ਰਸਾਦ। ਵੇਖੋ ਕੈਸੀ ਨਿਮਰਤਾ ਹੈ ਗੁਰੂ ਵਿੱਚ। ਅਕਾਲ ਪੁਰਖ ਨੂੰ ਕਹਿੰਦੇ ਤੇਰੇ ਪ੍ਰਸਾਦ ਸਦਕਾ, ਤੇਰੀ ਕਿਰਪਾ ਨਾਲ ਲਿਖਣ ਲੱਗਾ ਮੈਂ। ਇਹ ਨਿਰਮਾਣਤਾ ਹੈ ਉਹਨਾਂ ਦੀ ਕਿ ਜ਼ਾਹਿਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਜ਼ਾਹਰਾ ਲਫ਼ਜ਼ ਅਰਬੀ ਦਾ ਹੈ। ਜ਼ਾਹਰਾ ਤੋਂ ਭਾਵ ਹੈ ਪ੍ਰਗਟ, ਪ੍ਰਚੰਡ। ਅੱਗੇ ਇੱਕ ਲਫ਼ਜ਼ ਹੈ ਜ਼ਹੂਰ, ਇਹ ਵੀ ਅਰਬੀ ਦਾ ਹੈ। ਪ੍ਰਕਾਸ਼ ਨੂੰ ਕਹਿੰਦੇ ਨੇ, ਚਮਤਕਾਰ ਨੂੰ, ਇੱਥੇ ਅਰਬੀ ਵਰਤੀ। ਅੱਗੇ ਆਓ ਤੁਸੀਂ, ਕਿ ਰੋਜ਼ੀ ਦੇਹੰਦ ਹੈ, ਕਿ ਰਾਜ਼ਕ ਰਹਿੰਦ ਹੈ। ਇੱਥੇ ਰੋਜ਼ੀ ਲਫ਼ਜ਼ ਫਾਰਸੀ ਦਾ ਆ ਗਿਆ। ਇੱਕੋ ਛੰਦ ਹੈ, ਸੰਸਕ੍ਰਿਤ ਵੀ ਆ ਜਾਂਦੀ ਹੈ, ਅਰਬੀ ਵੀ ਆ ਜਾਂਦੀ ਹੈ, ਤੇ ਇੱਥੇ ਫਾਰਸੀ ਪਰਸ਼ੀਅਨ ਵੀ ਆ ਗਈ। ਰੋਜ਼ੀ ਤੋਂ ਬਾਅਦ ਇੱਕ ਲਫ਼ਜ਼ ਆਉਂਦਾ ਹੈ ਰਾਜ਼ਕ। ਰਾਜ਼ਕ ਲਫ਼ਜ਼ ਸੰਸਕ੍ਰਿਤ ਵਿੱਚ ਵੀ ਆਉਂਦਾ ਹੈ। ਚਮਕਣ ਵਾਲੇ ਨੂੰ ਕਹਿੰਦੇ ਨੇ, ਜਿਹਦਾ ਮਰਾਤਬਾ ਵੱਡਾ ਰਾਜੇ ਨੂੰ। ਹੁਣ ਰਿਜ਼ਕ ਤੇ ਤਕੜਾ ਬੰਦਾ ਹੀ ਦੇ ਸਕਦਾ ਨਾ, ਤੇ ਰੱਬ ਨੂੰ ਵੱਡਾ ਰਾਜਾ ਕਿਹੜਾ ਹੈ? ਰੋਟੀ ਦੇਣ ਵਾਲਾ ਉਹੀ ਹੈ। ਇਹੀ ਰਾਜ਼ਕ ਲਫ਼ਜ਼ ਅਰਬੀ ਵਿੱਚ ਵੀ ਆਉਂਦਾ ਹੈ, ਰਿਜ਼ਕ ਦੇਣ ਵਾਲਾ। ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ ਭਾਸ਼ਾ, ਪੰਜਾਬੀ, ਗੁਰਮੁਖੀ ਸਭ ਕੁਝ ਹੀ ਇੱਕੇ ਰਚਨਾ ਵਿੱਚ ਲੈ ਜਾਂਦਾ, ਹਿੰਦੀ ਆਦਿਕ। ਹੁਣ ਤੂੰ ਕਿੱਡਾ ਵੀ ਵੱਡਾ ਕਵੀ ਹੋਵੇਂ, ਤੇਰੀ ਪਕੜ ਇੱਕ ਭਾਸ਼ਾ ਤੇ ਹੋ ਸਕਦੀ ਹੈ। ਜਾਂ ਤੂੰ ਪੰਜਾਬੀ ਦਾ ਕਵੀ ਹੋ ਸਕਦਾ, ਜਾਂ ਤੂੰ ਇੰਗਲਿਸ਼ ਦਾ ਹੋ ਸਕਦਾ ਹੈ ਵਿਦਵਾਨ, ਜਾਂ ਤੂੰ ਅਰਬੀ ਦਾ ਹੋ ਸਕਦਾ ਹੈ, ਫਿਰਦੌਸ ਵਾਂਗੂ ਅਰਬੀ ਫਾਰਸੀ ਦਾ ਹੋ ਸਕਦਾ ਹੈ। ਸਾਰੀਆਂ ਭਾਸ਼ਾਵਾਂ ਵਿੱਚ ਕਲਮ ਚੱਲਣੀ ਇਹ ਗੁਰੂ ਗੋਬਿੰਦ ਸਿੰਘ ਕਰ ਸਕੇ ਨੇ। ਅੱਗੇ ਲਫ਼ਜ਼ ਹੈ ਰਹਿੰਦ। ਜਿਹੜਾ ਰਹਿੰਦ ਲਫ਼ਜ਼ ਹੈ ਨਾ, ਇਹ ਵੀ ਫਾਰਸੀ ਦਾ ਹੈ। ਸੋ ਅਰਬੀ, ਫਾਰਸੀ, ਪਤਾ ਨਹੀਂ ਕਿੰਨੀਆਂ ਕੁ ਭਾਸ਼ਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਚਾਰੀਆਂ ਨੇ। ਇੱਕ ਹੋਰ ਤਰਕ ਕੀਤਾ ਜਾਂਦਾ ਉਹਦੀ ਕਲਮ ਤੇ। ਲਤੀਫ ਤੇ ਮੰਨਦਾ ਹੈ ਵੀ ਗੁਰੂ ਗੋਬਿੰਦ ਸਿੰਘ ਵਰਗੀ ਕਿਸੇ ਦੀ ਕਲਮ ਨਹੀਂ। ਸਾਡੇ ਵੇਖਣ ਨੂੰ ਸਾਡੇ ਜਾਪਦੇ ਨੇ, ਉਹ ਭਾਈ ਜਾਪਦੇ ਨੇ, ਦਸਤਾਰਾਂ ਬੰਨੀਆਂ ਨੇ, ਸਿੱਖ ਜਾਪਦੇ ਨੇ, ਉਹਨਾਂ ਨੂੰ ਨਹੀਂ ਲੱਗਦੀ ਗੁਰੂ ਦੀ ਕਲਮ। ਇਸ ਗੱਲ ਨੂੰ ਸਮਝਿਓ। ਉਹ ਕਹਿੰਦੇ ਸ਼ਿਵ ਪੁਰਾਣ ਤੋਂ ਨਕਲ ਮਾਰੀ ਹੈ ਜੀ ਰਚਨਾ ਦੀ, ਜਾਪ ਸਾਹਿਬ ਦੀ। ਅੱਛਾ, ਇੱਕ ਨਾ ਸ਼ਿਵ ਪੁਰਾਣ ਦੇ ਵਿੱਚ ਸਹੰਸਰ ਨਾਮਕ ਰਚਨਾ ਹੈ, ਜਿੱਥੇ ਸ਼ਿਵ ਜੀ ਦੇ 1000 ਨਾਮ ਲਿਖੇ ਨੇ ਹਿੰਦੂ ਵਿਦਵਾਨਾਂ ਨੇ। ਉਹ ਜਿਹੜਾ 1000 ਨਾਮ ਹੈ ਨਾ, ਉਹਦੇ 'ਚ ਇੱਕ ਲਫ਼ਜ਼ ਆਉਂਦਾ ਕਾਲ ਕਾਲੇ, ਤੇ ਜਾਪ ਸਾਹਿਬ 'ਚ ਆਉਂਦਾ ਨਮੋ ਕਾਲ ਕਾਲੇ।
ਉਹ ਇਸ ਸ਼ਬਦ ਤੋਂ ਕਹਿ ਦਿੰਦੇ ਜੀ ਇਹਦੇ ਸ਼ਿਵ ਪੁਰਾਣ ਚੋਂ ਲਈ ਗਈ ਰਚਨਾ ਹੈ। ਅੱਛਾ ਜੀ, ਇਦਾਂ ਇੱਕ ਅੱਖਰ ਨੂੰ ਫੜ ਕੇ ਆਖਣਾ ਵੀ ਸ਼ਿਵ ਪੁਰਾਣ ਦੀ ਰਚਨਾ ਹੈ, ਤੇ ਫਿਰ ਮੈਂ ਸ਼ਿਵ ਪੁਰਾਣ ਚੋਂ ਕਿੰਨੇ ਅੱਖਰ ਨੇ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੱਢ ਕੇ ਵਿਖਾ ਦਿੰਦਾ ਤੁਹਾਨੂੰ। ਫਿਰ ਆਖੋਗੇ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਦਾ ਨਹੀਂ, ਗੁਰਾਂ ਦਾ ਨਹੀਂ ਹੈ। ਓੰਕਾਰ, ਸ਼ਿਵ, ਸ਼ੰਭੂ, ਜਗਦੀਸ਼, ਬ੍ਰਹਮਾ, ਸਚਦਾਨੰਦ, ਇਹ ਸਾਰੇ ਸ਼ਿਵ ਪੁਰਾਣ ਵਿੱਚ ਆਏ ਨੇ ਅੱਖਰ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਅੱਖਰ। ਤੁਸੀਂ ਰੋਜ਼ ਤੇ ਪੜ੍ਹਦੇ ਹੋ ਓੰਕਾਰ ਸਭ ਸ੍ਰਿਸ਼ਟ ਉਪਾਈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਓੰਕਾਰ ਆ ਰਿਹਾ, ਸ਼ਿਵ ਪੁਰਾਣ ਵਿੱਚ ਵੀ ਆਉਂਦਾ ਹੈ। ਅਨ ਦਿਨ ਨਾਚੈ ਸਖਤ ਨਿਵਾਰੈ, ਸਿਵ ਘਰ ਨੀਂਦ ਨਾ ਹੋਈ। ਹੁਣ ਦੇਹ ਸਿਵਾਬਰ ਮੋਹੇ ਆ ਗਿਆ ਤੇ ਸਾਨੂੰ ਮੁਸ਼ਕਲ ਖੜੀ ਹੋ ਗਈ। ਇਹੀ ਸਿਵ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ, ਹੁਣ ਕਿੱਥੇ ਭੱਜਣਾ ਹੈ ਆਪਾਂ। ਸੋ ਇਹ ਨਾ ਸਮਝਿਆ ਕਰੋ ਵੀ ਇਹ ਸਨਾਤਨ ਮਤੀਆਂ ਦੇ ਗ੍ਰੰਥ ਵਿੱਚ ਲਫ਼ਜ਼ ਆਇਆ ਹੈ, ਹੋਰ ਗ੍ਰੰਥ ਵਿੱਚ ਆ ਗਿਆ ਤੇ ਇਹ ਉਸ ਗ੍ਰੰਥ ਦਾ ਉਲੱਥਾ ਬਣ ਗਏ ਗ੍ਰੰਥ। ਇਦਾਂ ਨਹੀਂ ਹੁੰਦਾ। ਹਿੰਦੂ ਵੀਰਾਂ ਦਾ ਰਾਮ ਕੌਣ ਹੈ? ਰਾਮਚੰਦਰ ਜੀ। ਉਹ ਬਾਣੀ ਵਿੱਚ ਆਉਂਦਾ ਨਾ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇਹ ਹਿੰਦੂ ਵੀਰਾਂ ਦੇ ਰਾਮਚੰਦਰ ਬਾਰੇ ਆਇਆ ਹੈ। ਸਿੱਖਾਂ ਦਾ ਰਾਮ ਕੌਣ ਹੈ? ਰਮਤ ਰਾਮ ਸਭ ਰਹਿਓ ਸਮਾਏ, ਜੋ ਰਮਿਆ ਹੈ ਸਾਹ ਬਣ ਕੇ, ਜੋ ਆਉਂਦਾ ਜਾਂਦਾ ਨਹੀਂ ਹੈ। ਸ਼੍ਰੀ ਰਾਮਚੰਦਰ ਜੀ ਮਹਾਪੁਰਸ਼ ਨੇ, ਕੋਈ ਦੋ ਰਹਿ ਨਹੀਂ, ਪਰ ਜਾਣਾ ਪੈ ਗਿਆ ਦੁਨੀਆ ਤੋਂ। ਉਮਰ ਭੋਗ ਕੇ ਰਾਮ ਗਇਓ ਰਾਵਣ ਗਇਓ, ਜਾਣਾ ਪੈ ਗਿਆ। ਸਾਡਾ ਜਿਹੜਾ ਰਾਮ ਹੈ ਉਹ ਜਾਂਦਾ ਆਉਂਦਾ ਨਹੀਂ ਹੈ, ਉਹ ਹਰ ਜ਼ਰੇ 'ਚ ਸਮਾਇਆ ਹੈ। ਰਮੇ ਨੂੰ ਰਾਮ ਕਹਿੰਦੇ ਨੇ, ਸਾਹਾਂ ਨੂੰ ਅਕਾਲ ਪੁਰਖ। ਸੋ ਇਹ ਫਰਕ ਹੁੰਦਾ ਹੈ। ਹਿੰਦੂ ਵੀਰਾਂ ਦਾ ਸਿਵ ਸ਼ਿਵਜੀ ਹੋਵੇਗਾ। ਕਲਗੀਧਰ ਕਹਿੰਦੇ ਮੇਰਾ ਸਿਵ ਅਕਾਲ ਪੁਰਖ ਹੈ, ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝੋ। ਉਹ ਮਰਦਾ ਨਹੀਂ ਹੈ, ਉਹਦਾ ਆਦ ਅੰਤ ਕੋਈ ਨਹੀਂ ਹੈ। ਕਹਿੰਦੇ ਜਿਹੜੀ ਸ਼ਿਵਜੀ ਦੀ ਬਾਤ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਦਸਮ ਵਿੱਚ ਹੀ ਉਹਨਾਂ ਨੇ ਇੱਕ ਪੰਕਤੀ ਲਿਖੀ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਉਹਦੇ ਨਾਲ ਹੀ ਕਲਗੀਧਰ ਪਾਤਸ਼ਾਹ ਨੇ ਲਿਖ ਦਿੱਤਾ ਵੀ ਉਹ ਸ਼ਿਵ ਨਹੀਂ ਹੈ ਜਿਸ ਤੋਂ ਮੈਂ ਵਰ ਮੰਗਿਆ ਹੈ। ਇਹ ਕੌਣ ਹੈ? ਦੇਹ ਸਿਵਾਬਰ ਮੋਹੇ ਹੈ, ਇਹ ਸਿਵਾ ਉਹ ਹੈ। ਫਿਰ ਧਿਆਨ ਦਿਓ, ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ, ਜੋ ਜੰਮਦਾ ਮਰਦਾ ਨਹੀਂ ਹੈ, ਸਦੀ ਵੀ ਹੈ। ਸੋ ਸਾਨੂੰ ਸਮਝਣਾ ਪੈਂਦਾ ਹੈ ਵੀ ਚਾਹੇ ਅਲਫਾਜ਼ ਉਹੀ ਨੇ, ਸਾਡੇ ਲਈ ਰਾਮ ਲਫ਼ਜ਼ ਦੇ ਅਰਥ ਹੋਰ ਨੇ, ਸਨਾਤਨ ਮਤੀਆਂ ਲਈ ਰਾਮ ਲਫ਼ਜ਼ ਦੇ ਅਰਥ ਹੋਰ ਨੇ। ਇੱਕ ਤੁਹਾਨੂੰ ਸੌਖੀ ਉਦਾਹਰਣ ਦਿੰਦਾ, ਇੱਕ ਪਾਕ ਲਫ਼ਜ਼ ਹੈ, ਪਾਕ। ਤੁਸੀਂ ਸੰਸਕ੍ਰਿਤ ਵਿੱਚ, ਹਿੰਦੀ ਵਿੱਚ ਇਹਦੇ ਅਰਥ ਪੜ੍ਹੋ ਤੇ ਰਸੋਈ ਨੂੰ ਪਾਕ ਕਹਿੰਦੇ ਨੇ, ਪਾਕ ਸਾਲ, ਕਿਚਨ ਨੂੰ। ਤੁਸੀਂ ਫਾਰਸੀ ਵਿੱਚ ਪਾਕ ਲਫ਼ਜ਼ ਦੇ ਅਰਥ ਪੜ੍ਹੋ ਤੇ ਪਵਿੱਤਰ ਨੂੰ ਕਹਿੰਦੇ ਨੇ। ਜਿਵੇਂ ਆਉਂਦਾ ਨਾ ਬਾਣੀ 'ਚ, ਅੱਲਾਹ ਪਾਕੰ ਪਾਕ ਹੈ। ਹੁਣ ਪੰਜਾਬੀ 'ਚ ਪੁੱਛੋ ਵੀ ਪਾਕ ਕੀ ਹੈ, ਤੇ ਉਹ ਪਸ ਨੂੰ ਕਹਿੰਦੇ ਨੇ ਜਿਹੜੀ ਜ਼ਖਮ 'ਚ ਪਈ ਹੁੰਦੀ ਹੈ। ਇਹ ਤਾਂ ਫਿਰ ਝਗੜਾ ਖੜਾ ਹੋ ਸਕਦਾ ਇਸ ਗੱਲ ਤੇ। ਪੰਜਾਬੀ 'ਚ ਉਹਦਾ ਅਰਥ ਹੀ ਹੋਰ ਬਣ ਗਿਆ, ਅਰਬੀ ਵਿੱਚ, ਫਾਰਸੀ ਵਿੱਚ ਉਹਦਾ ਅਰਥ ਹੋਰ ਬਣ ਗਿਆ। ਹੁਣ ਪਰਸ਼ੀਅਨ ਪੜ੍ਹਨ ਵਾਲਿਆਂ ਨੂੰ, ਸਨਾਤਨ ਮਤੀਆਂ ਨੂੰ, ਪੰਜਾਬੀਆਂ ਨੂੰ ਪੁੱਛੋ, ਇਹਨਾਂ ਦੇ ਅਰਥ ਵੱਖੋ ਵੱਖਰੇ ਨੇ। ਸੋ ਇਹ ਭੁਲੇਖਾ ਨਾ ਖਾਇਆ ਕਰੋ, ਕਈ ਸ਼ਿਵ ਪੁਰਾਣ ਨਾਲ ਜੋੜੀ ਜਾਣਗੇ ਜਾਪ ਸਾਹਿਬ ਨੂੰ। ਖੈਰ, ਲਤੀਫ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਹੱਥ ਕਲਮ ਵੇਖੀ, ਇਉਂ ਜਾਪਿਆ ਉਹਦੇ ਵਰਗਾ ਕੋਈ ਕਵੀ ਨਹੀਂ ਹੈ। ਕਹਿੰਦਾ ਮੈਂ ਫਿਰ ਕੀ ਵੇਖਦਾ ਹਾਂ, ਉਹ ਕਲਮ ਰੱਖ ਕੇ ਹੱਥ ਵਿੱਚ ਤਲਵਾਰ ਫੜ ਲੈਂਦਾ ਹੈ। ਜਿਹੜੇ ਕਵੀ ਹੁੰਦੇ ਨਾ, ਉਹ ਲੜਾਈ ਝਗੜੇ ਤੋਂ ਬੜਾ ਦੂਰ ਰਹਿੰਦੇ ਨੇ, ਇਕਾਂਤ ਜਿਹਾ ਚਾਹੁੰਦੇ ਹੁੰਦੇ ਨੇ, ਜਿੱਥੇ ਬਹਿ ਕੇ ਕੋ ਦਿਲ ਦੇ ਵਰਕੇ ਫੋਲਣ, ਕੋਈ ਵੈਰਾਗ ਦੀਆਂ ਗੱਲਾਂ ਪ੍ਰਗਟ ਕਰਨ। ਕਵੀ ਦੀ ਕਲਮ ਚੱਲ ਸਕਦੀ ਹੈ, ਬੜੀ ਤਿੱਖੀ ਧਾਰ ਹੋ ਸਕਦੀ ਹੈ, ਵੱਡਾ ਲਿਖਾਰੀ ਹੋ ਸਕਦਾ, ਪਰ ਓਨੀ ਰਫ਼ਤਾਰ ਨਾਲ ਤਲਵਾਰ ਨਹੀਂ ਚਲਾ ਸਕਦਾ। ਕਵੀਆਂ ਨੂੰ ਲੜਾਈ ਝਗੜੇ ਨਹੀਂ ਬਹੁਤੇ ਚੰਗੇ ਲੱਗਦੇ। ਤੁਸੀਂ ਦੱਸਿਓ ਜੇ ਕੋਈ ਹੋਰ ਕਵੀ ਮੈਦਾਨੇ ਜੰਗ 'ਚ ਲੜਿਆ ਹੋਵੇ ਕਲਗੀਧਰ ਤੋਂ ਬਿਨਾਂ, ਤੁਹਾਨੂੰ ਛੇਤੀ ਲੱਭਣਾ ਕੋਈ ਨਹੀਂ। ਉਹ ਕਹਿੰਦਾ ਉਸੇ ਹੱਥ ਵਿੱਚ ਤਲਵਾਰ ਫੜ ਲਈ ਤੇ ਭੰਗਾਣੀ ਦਾ ਯੁੱਧ ਪਏ ਲੜਦੇ ਨੇ। 22 ਧਾਰ ਦੇ ਰਾਜਿਆਂ ਨੂੰ, ਮੁਗਲਾਂ ਨੂੰ ਮਿੱਟੀ ਵਿੱਚ ਮਿਲਾ ਰਹੇ ਨੇ। ਮੇਰੇ ਖਿਆਲ ਵਿੱਚ ਇਉਂ ਜਾਪਿਆ ਇਹ ਕਵੀ ਨਹੀਂ, ਇਹ ਕੋਈ ਸੂਰਬੀਰ ਹੈ, ਇਹ ਕੋਈ ਸੂਰਮਾ ਹੈ। ਇਹਦੀ ਤਲਵਾਰ ਦੀ ਧਾਰ ਕਲਮ ਵਾਂਗ ਤਿੱਖੀ ਹੈ, ਇਹਦੀ ਤੀਰ ਦੀ ਨੋਕ ਕਹਿੰਦੇ ਕਲਮ ਨਾਲ ਰਲਦੀ ਮਿਲਦੀ ਹੈ। ਦੇਖੋ, ਜਿੰਨੀ ਰਫ਼ਤਾਰ ਨਾਲ ਕਲਮ ਚੱਲਦੀ ਹੈ, ਕਵੀ ਦੀ ਤਲਵਾਰ ਨਹੀਂ ਚੱਲੇਗੀ।
जिन्नी रफ्तार नाल सूरमे दी तलवार चलदी है, याद रखियो सूरमा कलम नहीं चला सकता। पर गुरु गोबिंद सिंह ही ऐसी हस्ती होए ने, जितनी ताकत उन्हां दी कलम विच है। जफरनामे दी लिखत ने ही औरंगजेब मार दिता सी। जदों इन्नी गल लिखी ना कलगीधर पातशाह ने कि दार आए दौरस्त दूरस्त दी, औरंगजेब रब तो दूर है तू, केवल पखंड दा लिबास पाया है, दोजक दी अग विच तू सड़ेगा क्योंकि तू सारी उम्र कुफर तोलिया है। ते जदों अगे कलगीधर ने लिखिया ना भी मेरा तू कुछ नहीं बिगाड़ सकिया, उन्होंने हैरानी इस गल दी हुई भी 4 बच्चे शहीद हो गए ने, किसे बाप दा चौहां चों एक भी मर जावे ते बाप कंध विच टक्करा मार के मर जांदा है। ते 4 मरवा के लिख की रहे ने औरंगजेब नूं, कहंदे चेहे मरदी के अखगर खामोशा कुनी, के आतिश दा मारा फरोजा कुनी। जफरनामे विच लिखदे ने, कहंदे तू कुछ भी नहीं कीता, ये कोई वड्डी गल नहीं है, 4 चंगियाड़ियां ही बुझाइयां ने तू। ये गुरु गोबिंद सिंह भांबड़ अजे मच रहा है। ये औरंगजेब खालसा भांबड़ वांग मच रहा है, जेड़ा दिल्ली दे तख्त नूं साड़ के सुआह करेगा। मैनू लिया के दिओ कोई महापुरुष, कोई रहबर, कोई अवतार, कोई सूरमा दुनिया ने जम्मिया होवे, जिहदे लाल अखां सावें मोए होण, मर गए होण, जिहदे घर दे सारे चिराग बुझ गए होण, ते जित दी चिट्ठी लिखे किसे राजे नूं, बादशाह नूं, ते अपने बच्चियां नूं छोटियां चंगियाड़ियां लिख दवे। एडा हौसला किहड़ा करेगा। नमोशी विच ही औरंगजेब खत्म हो गया, चिंता डिप्रैशन लै गया उसनूं भी मैं ते समझदा गुरु गोबिंद सिंह जित लिया, मैं ते समझदा उहदे बच्चे मार दिते मैं, ते इहदे ते रंचक मात्र भी असर नहीं है, ना सुख ना दुख, इह ते खुदा दा रूप है कोई। देखो सुख ते दुख नूं एक समान समझण वाला रब ही होया है, बंदा नहीं। ते जे गुरु गोबिंद सिंह दा जीवन पढ़ोगे, जैसा चेहरे ते आनंद बाबा अजीत सिंह दे जन्म वेले है, जदों चमकौर दी गड़ी छाती विन्नी गई ना तीरां नाल, पता की कहा सी अटारी ते खलोते ने। अल्लाह यार खां लिखदे ने, शाबाश पिसर खूब दालेरी से लड़े हो, हाँ क्यों ना हो गोबिंद के फरजंद बड़े हो। शाबाश पुत्रा, बड़ी दलेरी नाल लड़िया है, लड़दा भी क्यों ना गुरु गोबिंद सिंह दा लखते जिगर सी तू, जीवन सफला कर गया है। औलाद ना होवे ते दर दर ते टक्करा मारदे हन, नक रगड़दे हैं, ते जे अखां सावें औलाद चली जावे ते बंदा वैराग विच ही मुक जांदा है। ये गुरु गोबिंद सिंह है, ना आए दी खुशी ना गए दा गम। ये रब दे कोल बरकतां ने, बंदे कोल नहीं हुंदियां, तुहानूं लभेगा कोई नहीं। वो एडी वड्डी हस्ती है। खैर कई जंगां उसने लड़ियां। लतीफ कहंदा वो कवि इदां तलवार चला ही नहीं सकदा, इत्थे कोई सूरमा पिया जापदा है। अल्लाह यार खां ने एक वचन लिखिया सी, कहंदा अदा ने कभी तुझको संभलने ना दिया था, आराम से पहलू को कभी बदलने ना दिया था, गुलशन को तेरे कभी फूल ने फलने ना दिया था, कांटा दिले पर खून से कभी निकलने ना दिया था, जिस रन में लड़ा बेसरो सामान लड़ा तू, 100 सिंह लिए लाखों पे जा जा के पड़ा तू। ये तेरी हस्ती है गुरु गोबिंद सिंह। इकट्ठ वेख के लोग डरदे ने, तू इकट्ठ वेख के धावा बोल दिंदा सी। आ मुट्ठी पर सिंह लैके लखां ना तू टकराउंदा सी। ऐसी ओदी हस्ती हुई है। इनू बाणी कहंदी सतगुर जेवड अवर ना कोए, गुरपार ब्रह्म परमेश्वर सोए। गुरु ते परमेश्वर एक ने। इदां दी उदाहरण तुहानू नहीं मिलेगी। तुसीं इतिहास पढ़ो। रामचंद्र जी महापुरुष होए ने, पर जंग बराबर दी है। दूजे बने रावण भी राजा है ते रामचंद्र जी चाहे अयोध्या चो आए ने, जंगल विच ने, पर बड़े बड़े सूरबीर हनुमान जी वर्गे बड़े बड़े उन्हां दे साथ ने। बड़ी फौज है उन्हां कोल। सावां जंग चल रहा है। श्री कृष्ण जी एक पक्ष विच खड़े हो गए पांडवां दे,
ਕੌਰਵਾਂ ਨਾਲ ਜੰਗ ਹੈ। ਅੱਧੇ ਰਾਜੇ ਕੌਰਵਾਂ ਵੱਲ ਨੇ, ਅੱਧੇ ਪਾਂਡਵਾਂ ਵੱਲ ਨੇ। ਬਰਾਬਰ ਦਾ ਜੰਗ ਹੈ। ਬੜੇ ਵੱਡੇ ਜੰਗ ਹੋਏ ਨੇ, ਮਹਾਭਾਰਤ ਦਾ, ਰਾਮਾਇਣ ਦਾ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਬਰਾਬਰ ਦੀ ਫੌਜ ਨਹੀਂ ਹੈ, ਕੇਵਲ 40 ਸਿੰਘ। ਫਾਰਸੀ ਦੀ ਰਚਨਾ ਹੈ, ਗੁਰ ਸਿੰਘੀ ਚੇਕਾਰੇ ਕੁਨਦ ਚਹਿਲ ਨਰ ਕੇ ਦਹਲਕ ਬਰਾਇਦ ਬਰੋ ਬੇਖਬਰ। 40 ਭੁੱਖੇ ਸਿੰਘ ਤੇ 10 ਲੱਖ ਦਾ ਘੇਰਾ, ਇਹ ਬਰਾਬਰ ਨਹੀਂ ਹੈ। ਤੇ 10 ਲੱਖ ਫੌਜ ਵੀ ਗੁਰੂ ਗੋਬਿੰਦ ਸਿੰਘ ਨੂੰ ਬੰਦੀ ਨਾ ਬਣਾ ਸਕੇ, ਪਕੜ ਨਾ ਸਕੇ, ਖਤਮ ਨਾ ਕਰ ਸਕੇ। ਫਿਰ ਅੰਦਰ ਝਾਤ ਮਾਰਨੀ ਪਵੇਗੀ ਵੀ ਗੁਰੂ ਗੋਬਿੰਦ ਸਿੰਘ ਕੋਈ ਆਮ ਇਨਸਾਨ ਨਹੀਂ ਹੈ। ਆਮ ਹੁੰਦਾ ਤੇ 40 ਨੂੰ 400 ਬੰਦਾ ਹੀ ਨੱਪ ਲੈਂਦਾ ਹੈ, ਮੁਸ਼ਕਾਂ ਬੰਨ ਕੇ ਦਿੱਲੀ ਲੈ ਜਾਂਦੇ। ਅੱਲਾ ਯਾਰ ਖਾਂ ਕਹਿੰਦੇ ਉਹ ਆਮ ਨਹੀਂ ਹੈ। ਫਿਰ ਧਿਆਨ ਦਿਓ, ਜਿਸ ਰਨ ਮੇ ਲੜਾ ਬੇਸਰੋ ਸਾਮਾਨ ਲੜਾ ਤੂੰ। ਤੇਰੇ ਕੋਲ ਬਰਾਬਰ ਦਾ ਸਮਾਨ ਨਹੀਂ ਸੀ ਦਿੱਲੀ ਫੌਜਾਂ ਦੇ, ਬਰਾਬਰ ਦੀਆਂ ਫੌਜਾਂ ਨਹੀਂ ਸੀ, ਬਰਾਬਰ ਦੇ ਹਥਿਆਰ ਨਹੀਂ ਸੀ। ਕਿਰਪਾਨਾਂ ਸਨ, ਉਹ ਵੀ ਖੁੰਡੀਆਂ ਹੋਈਆਂ, ਵਰਸ਼ੇ ਸਨ, ਉਹ ਵੀ ਖੁੰਡੇ ਹੋਏ। ਥੋੜੇ ਤੇਰੇ ਕੋਲ ਭੁੱਖੇ ਸਿੰਘ ਸਨ, ਪਰ ਐਸਾ ਸੂਰਬੀਰ 10 ਲੱਖ ਦੇ ਘੇਰੇ ਨੂੰ ਤੋੜ ਕੇ ਨਿਕਲ ਜਾਵੇ, ਕਹਿੰਦਾ ਉਹਦੇ ਵਰਗਾ ਸੂਰਮਾ ਕੋਈ ਨਹੀਂ ਹੋਇਆ। ਅੱਲਾ ਯਾਰ ਖਾਂ ਕਹਿੰਦੇ ਇੱਕ ਬੜਾ ਕਮਾਲ ਦਾ ਜੰਗ ਉਹਨਾਂ ਦਾ ਮਿਲਦਾ ਹੈ। ਆਨੰਦਪੁਰ ਨੂੰ ਘੇਰਾ ਪੈ ਗਿਆ 1704 ਈਸਵੀ, 1761 ਬਿਕਰਮੀ ਸੰਮਤ। ਮਈ ਦਾ ਮਹੀਨਾ ਹੈ। ਹੁਣ ਜ਼ੋਰ ਲਾ ਕੇ ਥੱਕ ਗਏ ਨੇ ਰਾਜੇ ਪਹਾੜੀ, ਔਰੰਗਜ਼ੇਬ ਦੀਆਂ ਫੌਜਾਂ ਵੀ। ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਉਂਦਾ, ਕਿਲੇ ਚੋਂ ਨਿਕਲਦਾ ਹੈ, ਹਜ਼ਾਰਾਂ ਸਿਪਾਹੀਆਂ ਨੂੰ ਖਪਾ ਕੇ ਫਿਰ ਕਿਲੇ 'ਚ ਚਲਿਆ ਜਾਂਦਾ ਹੈ। ਇਹਨੂੰ ਖਤਮ ਕਿਵੇਂ ਕਰੀਏ? ਉੱਥੇ ਵੀ ਲੱਖਾਂ ਦਾ ਘੇਰਾ ਹੈ। ਦੇਖੋ 2-2.5 ਲੱਖ ਦਾ ਘੇਰਾ ਤੇ ਮਾਮੂਲੀ ਗੱਲ ਸਮਝੀ ਜਾਂਦੀ। ਉਹਦਾ ਕਾਰਨ ਹੈ, ਇੱਕ ਉੱਤਰ ਭਾਰਤ ਦੀ ਸਾਰੀ ਫੌਜ ਸੀ ਅਨੰਦਪੁਰ ਦੇ ਘੇਰੇ, ਜਿਹਦੇ ਵਿੱਚ ਵਜ਼ੀਰ ਖਾਂ ਸੂਬਾ ਸਰਹੰਦ ਦੀਆਂ ਫੌਜਾਂ, ਜਲੰਧਰ ਸੂਬੇ ਦੀਆਂ ਫੌਜਾਂ, ਕਸ਼ਮੀਰੀ ਸੂਬੇ ਦੀਆਂ ਫੌਜਾਂ, ਲਾਹੌਰ ਸੂਬੇ ਦੀਆਂ ਫੌਜਾਂ ਤੇ 22 ਰਾਜਿਆਂ ਦੀਆਂ ਫੌਜਾਂ, 22 ਧਾਰ ਦੇ ਰਾਜੇ। 2-2.5 ਲੱਖ ਤੇ ਮਾਮੂਲੀ ਗੱਲ ਹੈ ਵੀ ਫੌਜ ਹੋਵੇਗੀ। ਇੱਕ ਪਰਸ਼ੀਅਨ ਦੇ ਵਿੱਚ ਅਲਫਾਜ਼ ਤੁਹਾਨੂੰ ਲਿਖਿਆ ਹੋਇਆ, ਉਕਰਿਆ ਹੋਇਆ ਮਿਲੇਗਾ। ਉਹ ਹੈ, ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ। ਦੁਸ਼ਮਣ ਦੀ ਫੌਜ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ ਕਿੰਨੀ ਸੀ, ਪਰ ਗੁਰੂ ਦੇ ਕੋਲ ਥੋੜੀਆਂ ਹੀ ਫੌਜਾਂ ਸਨ। ਹੁਣ ਉਹ ਲਿਖਦੇ ਨੇ ਕਵੀ ਜੀ, ਜਿਸ ਦਮ ਆਨੰਦਪੁਰ ਮੇ ਸਤਗੁਰ ਮੁਕੀਮ ਥੇ, हमगाह घर के लोग थे और कुछ नदीम थे। किले को घेरे चारों तरफ से गनीम थे, टूटे से रिज्क दिल ਸਿੰਘੋ दो नीम थे। ਭੁੱਖੇ ਸਿੰਘ, ਹਜ਼ਾਰਾਂ ਲੱਖਾਂ ਦਾ ਘੇਰਾ ਤੇ ਅੰਦਰ ਮੁੱਠੀ ਪਰ ਫੌਜਾਂ, ਪਰ ਕਲਗੀਧਰ ਨਹੀਂ ਹਾਰਦੇ। ਹੁਣ ਰਾਜੇ ਸੀ ਬੈਠੇ ਸਲਾਹ ਕਰਨ, ਚੌਪੜ ਖੇਡ ਰਹੇ ਸਨ। ਗੁਰੂ ਗੋਬਿੰਦ ਸਿੰਘ ਨੂੰ ਹਰਾਉਣਾ ਕਿਵੇਂ? ਸਲਾਹਾਂ ਚੱਲ ਰਹੀਆਂ ਨੇ। ਜ਼ੇਰ ਦਸਤ ਖਾਂ ਬੈਠਾ ਹੈ, ਵਜ਼ੀਰ ਖਾਂ ਬੈਠਾ ਹੈ, 22 ਧਾਰ ਦੇ ਸਾਰੇ ਹੀ ਤਕਰੀਬਨ ਰਾਜੇ ਭੀਮ ਚੰਦ ਕਹਿਲੂਰੀਏ ਹੁਣੀ ਬੈਠੇ ਨੇ। ਨਾਲ ਚੌਪੜ ਖੇਡਣ, ਜੂਆ ਖੇਡਣ ਤੇ ਨਾਲ ਵਿਉਂਤਾਂ ਕਰਨ ਵੀ ਗੁਰੂ ਗੋਬਿੰਦ ਸਿੰਘ ਨੂੰ ਕਿੱਦਾਂ ਫੜਨਾ ਹੈ। ਇਹ ਕਲਮ ਵਾਲੇ ਹੱਥਾਂ ਦੀ ਤਾਕਤ ਵੇਖਿਓ। ਹੁਣ ਉਸ ਕਵੀ ਦੀ ਤਾਕਤ ਵੇਖਿਓ। ਲਤੀਫ ਐਵੇਂ ਨਹੀਂ ਕਹਿੰਦਾ ਵੀ ਉਹਦੇ ਵਰਗਾ ਸੂਰਮਾ ਕੋਈ ਨਹੀਂ ਹੈ। ਹਜੇ ਬੈਠੇ ਚੌਪੜ ਖੇਡ ਰਹੇ ਨੇ, ਪਲੰਗੇ ਤੇ ਬੈਠੇ ਆਸਣ ਲੱਗੇ ਹੋਏ ਨੇ। ਇੱਕ ਖਪਰਾ ਤੀਰ, ਵੱਡਾ ਤੀਰ ਆ ਕੇ ਨਾ ਪਾਵੇ ਵਿੱਚ ਲੱਗਦਾ ਹੈ। ਪਾਵਾ ਟੁੱਟ ਗਿਆ, ਕੰਚਨ ਜੜਤ ਹੈ। ਤੀਰ ਆ ਕੇ ਲੱਗਿਆ, ਪਾਵਾ ਗਿਆ ਟੁੱਟ, ਪਾਵੇ ਤੋਂ ਡਿੱਗ ਪਈ। ਕਵੀ ਸੰਤੋਖ ਸਿੰਘ ਜੀ ਮਹਾਰਾਜ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਲਿਖਦੇ ਨੇ, ਕਰ ਉਦੇਸ਼ ਸੂਬਾ ਜਹ ਬੈਠਿਓ, ਤਿਤ ਕੋ ਸਤਗੁਰ ਤਿਆਗਾ, ਹੋਤੋ ਪ੍ਰਯੰਕ ਥਿਰਿਓ ਜਿਸ ਉਪਰ, ਪਾਵੇ ਜੈ ਸਰ ਲਾਗਾ। ਕਹਿੰਦੇ ਕੰਨ ਤਾਈਂ ਖਿੱਚ ਕੇ ਕਲਗੀਧਰ ਨੇ ਤੀਰ ਛੱਡਿਆ। ਜਿਹੜੇ ਪਲੰਗੇ ਤੇ ਬੈਠੇ ਇਹ ਖੇਡ ਰਹੇ ਸਨ ਜੂਆ, ਚੌਪੜ ਉਹਦੇ ਪਾਵੇ ਨੂੰ ਲੱਗਾ ਹੈ। ਉਹ ਪਾਵਾ ਫਟ ਗਿਆ,
पावा टुट गया, तरबक के थले डिगे, फिर कपड़े कुपड़े झाड़ के उठ पे भी ये की बनया है। वो तीर कढ़िया पावे चों। वज़ीर दस्त खान ने तीर हथी कढ़िया ते वजीर खान नूं कहंदा भी ए तीर किसदा हो सकदा है जिन्नू सोना लगा है। कलगीधर बड़े दरिया दिल सन भी कोई सूरमा मेरे तीर दा शिकार होए, इहदी अंतिम क्रिया करन लई भी मैं नाल ही खर्चा इहदे दे देवां। ऐसे दरिया दिल सन। वज़ीर दस्त निज दस्त निखासियो, कह बजीद खां संगा, इति दूर सर पहुंचियो जिनको कहां ओज निज अंगा। कहंदा इन्नी दूरी ते अगे दूरी बयान करेगा, इन्नी दूरी ते जिस इंसान दा तीर पहुंच सकदा है ओदियां बाहां दी ताकत बयान किवें कोई कर सकदा है। कोस अढ़ाई 2.5 को दी दूरी। हुण मैं ते इन्ना डूंघाई च नहीं गया भी 2.5 को किन्ना क हुंदा है, पर यह है भी 2.5 किलोमीटर नों ज़्यादा ही हुंदा है। ये हिसाब तुसीं ला लो। हुण 2.5 को जिहड़ा है कवि जी लिखते ने कोस 2.5 कह आनंदपुर जह थे बैठ प्रहारा, नर तन को कुछ एह बल नाहन, अजमत को बल भारा। कहंदा दुनिया दे उत्ते कोई सूरमा नहीं पैदा होया जिहड़ा 2.5 कोह दी दूरी ते निशाना लावे ते तीर मार सके। हवा जी छड्ड दिओ, तीर इन्नी दूर नहीं जांदा। इत्थों छड्डोगे वड्डी गल है भी गेट लंघ जावे दरबार साहिब दा। कहंदा इन्नी दूर तीर मारना, कहंदा ये करामात विखाई है, ये बंदे दी ताकत नहीं हो सकती, बाहूबल नहीं हो सकता। हरे विचारा ही कर रहे सी। रतना ना जड़े तो बागड़ वेखी ना, जिहड़ी तीर दे पिछे हुंदी है ना, खंभ जे हुंदे ने, वो ज़्यादा दूर ले जांदे ने तीर नूं हवा विच, वो बागड़ देखदे ने। रतना नाल जड़त है, कहंदे एडा किहड़ा सूरमा है। पहचान आ गई भी गुरु गोबिंद सिंह दा तीर है। कहंदे शुक्र करो ये पलंगे दी जगह साडी एक विच नहीं बच गया। एक कोलों कहंदा भी जिहड़ा पलंगे दा निशाना ला सकदा उहदे लई हिक दा निशाना लाउणा किन्ना औखा है। ये ते वड्डे भाग समझो भी साडे नाल खुद खुदा आप मैदाने जंग विच लड़ रहा है, सानू दिदारे दे रहा है। नहीं तो जिहड़ा 2.5 कोह तो पलंगे दा पावा विन सकदा है उहदे लई 1000 फौजां मिट्टी च मिलाउणियां कोई वड्डी गल नहीं है। हरे सोच रहे ने एक गुरु दी अजमत है, बिन बोलिया सब किश जान। वो किले च बैठे जान गए भी ये गल्लां की करदे ने। एक चिट्ठी लिखदे ने, एक चिट्ठी लिख के ना तीर नाल बांधे ने। दानश वंदन, दानश कीनस विद्या को अभ्यासा, कर है निता प्रत, होए तेह प्राप्त, सुबट तरह परवासा। चिट्ठी च की लिखिया, कहंदे मैं करामात नहीं विखाई, मैं ते अभ्यास ही इन्ना कीता है, तीर अंदाजी दा है मेरे अभ्यास दा नतीजा है। तुनी दानिशवंदो, सियाणे हो तुसी अंदाजा ला सकते हो। जिहड़ा निज बल नूं प्रगट करना चाहे, रोज अभ्यास करे, वो बरकत प्रगट हो जाती है। असीं जंग विच करामात नहीं विखाउणी, करामात विच शरसार ने, पर कहंदे लोड़ नहीं है मैनूं करामात विखाउण दी, बाहां दा बल ही बड़ा है तुहानूं नजिठण दे लई। वो चिट्ठी लिखी, सिंबल दे रुख हेठ बैठे ना इन्हां पलंगा आसन बदल लए ते फिर चौपर खेडदे गल्लां करदे ने। हुण उत्थे बैठे होए ने, चिट्ठी लिख के पातशाह ने तीर नाल फिर बन्नी है। मसलत चल रही सी सिंबल दे रुख दे हेठ, ते महाराज ने तीर खिंच के छड्डिया। वो जेड़े रुख थले बैठे ने सिंबल दे रुख विच आके लगा, भयभीत हो गए, डर दे सहत हो गए। जदों भय दे विच होए ने, दीन दुनिया दे मालक गुरु गोबिंद सिंह बाबत, राजियां बाबत कवि संतोख सिंह लिखते ने, अचरज अपर विचारो चित में, हम तुम बातें कीनी, कोस अढ़ाई परसों बैठे तेहठा सगरी चीनी।
ਵੀ ਗੱਲਾਂ ਤੇ ਆਪਾਂ ਆਪਸ ਚ ਕੀਤੀਆਂ ਵੀ ਇਹ ਕਰਾਮਾਤ ਵਿਖਾਈ ਹੈ। ਆ ਚਿੱਠੀ 'ਚ ਲਿਖਿਆ ਹੈ ਜੋ ਕੁਝ ਆਪਾਂ ਕਰ ਰਹੇ ਹਾਂ ਇੱਥੇ ਬੈਠੇ ਬਚਨ ਬਲਾਸ, ਇਹ 2.5 ਕੋ ਤੇ ਬੈਠੇ ਨੇ ਕਿਵੇਂ ਬੁੱਝ ਲਿਆ ਵੀ ਅਸੀਂ ਗੱਲਾਂ ਕਿਹੜੀਆਂ ਕਰਦੇ ਹਾਂ। ਕਹਿੰਦੇ ਐਸੇ ਅਜ਼ਮਤੀ ਗੁਰੂ ਦੀ ਬਰਾਬਰੀ ਕੀ ਕਰ ਸਕਦੇ ਹਾਂ, ਪਰ ਔਰੰਗਜ਼ੇਬ ਦਾ ਵੀ ਹੁਕਮ ਹੈ, ਹੁਣ ਮੁਕਾਬਲਾ ਕਰਨਾ ਪਵੇਗਾ। ਇਹ ਤੇ ਇੱਕ ਤੀਰ ਨਾਲ ਜੰਗ ਦੀ ਸਮਾਪਤੀ ਕਰ ਦਵੇ, ਇੱਕ ਅੱਧਾ ਜਰਨੈਲ ਫੁੰਡ ਦਵੇ। ਹਰੇ ਬਚਨ ਬਲਾਸ ਕਰਦੇ ਨੇ, ਨਾਲ ਵਡਿਆਈ ਪ੍ਰਗਟ ਹੁੰਦੀ ਹੈ ਵੀ ਗੁਰੂ ਏਡਾ ਬਲੀ ਹੈ। ਬਾਣੀ ਨੇ ਇੱਕ ਗੱਲ ਕਹੀ, ਕਹਿੰਦੇ ਤੇਰੇ ਸਾਹਮਣੇ ਗਿਣਤੀ ਹੋਵੇ ਨਾ ਤੂੰ ਡਰ ਸਕਦਾ ਹੈ। ਬੰਦਾ ਬੰਦੇ ਤੋਂ ਡਰਦਾ ਹੈ, ਪਰ ਗੁਰੂ ਦੇ ਅੱਗੇ ਗਿਣਤੀ ਨਹੀਂ ਚੱਲਦੀ। ਕਿਆ ਮਾਨੁਖ ਕਹੋ ਕਿਆ ਜ਼ੋਰ, ਬਾਣੀ ਦਾ ਫਰਮਾਨ ਹੈ, ਬੰਦੇ ਦਾ ਰੱਬ ਅੱਗੇ ਜ਼ੋਰ ਨਹੀਂ ਚੱਲਦਾ। ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰਨਾ, ਕੋਈ ਗੁਰੂ ਵਰਗਾ ਕੋਈ ਦੂਸਰਾ ਨਹੀਂ ਹੈ। ਲਤੀਫ ਲਿਖਦੇ ਨੇ, ਕਹਿੰਦੇ ਕਲਮ ਫੜਦਾ ਹੈ ਤੇ ਇਹਦੇ ਵਰਗਾ ਕਵੀ ਕੋਈ ਨਹੀਂ, ਤਲਵਾਰ ਫੜਦਾ ਹੈ, ਤੀਰ ਕਮਾਨ ਫੜਦਾ ਹੈ ਤੇ ਇਹਦੇ ਵਰਗਾ ਸੂਰਮਾ ਕੋਈ ਨਹੀਂ। ਤੀਜਾ ਗੁਣ ਬਿਆਨ ਕਰਦੇ ਨੇ, ਕਹਿੰਦੇ ਮੈਂ ਦੇਖਿਆ ਉਹ ਜੰਗ ਜਿੱਤ ਕੇ ਨਾ ਤਖਤ ਤੇ ਬਹਿ ਗਿਆ, ਜਿਵੇਂ ਗੁਰੂ ਗ੍ਰੰਥ ਸਾਹਿਬ ਅੱਜ ਬੈਠੇ ਤਖਤ ਤੇ ਬੈਠ ਗਏ, ਵਾਹਿਦ ਅੱਲਾ ਦਾ ਉਪਦੇਸ਼ ਦਿੰਦੇ ਨੇ ਤੇ ਮੈਨੂੰ ਕੋਈ ਰਹਿਨਮਾ, ਕੋਈ ਰਹਿਬਰ, ਮੈਨੂੰ ਕੋਈ ਗੁਰੂ ਪੀਰ ਜਾਪੇ ਨੇ। ਹੁਣ ਅਧਿਆਤਮਕ ਦੁਨੀਆ ਵਿੱਚ ਵਿਚਰਨ ਵਾਲਾ ਸੰਤ ਇਹ ਜੰਗ ਥੋੜਾ ਲੜਦਾ ਹੈ। ਇਹ ਤੇ ਕਲਗੀਧਰ ਦੀ ਦੇਣ ਹੈ ਵੀ ਸੰਤ ਸਿਪਾਹੀ ਪੈਦਾ ਕਰ ਦਿੱਤੇ ਉਸਨੇ। ਬਾਬਾ ਜਰਨੈਲ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਪੁਰਸ਼ ਪੈਦਾ ਕੀਤੇ, ਜੋ ਸੰਤ ਵੀ ਨੇ ਸਿਪਾਹੀ ਵੀ। ਪਹਿਲਾਂ ਕਿੱਥੇ ਸੀ? ਜਾਂ ਇੱਕ ਸੰਤ ਹੀ ਸੀ ਤੇ ਜਾਂ ਸੂਰਬੀਰ ਹੀ ਸੀ। ਹੁਣ ਕਵੀ ਜੀ ਲਤੀਫ ਸਾਹਿਬ ਇਹ ਗੱਲ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜਦੋਂ ਤਖਤ ਤੇ ਬਹਿੰਦੇ ਹੋ, ਉਪਦੇਸ਼ ਦਿੰਦੇ ਹੋ, ਕੋਈ ਰਹਿਨਮਾ ਪ੍ਰਤੀਕ ਹੁੰਦੇ ਹੋ, ਉਪਦੇਸ਼ਕ ਪ੍ਰਤੀਕ ਹੁੰਦੇ ਹੋ। ਬਾਣੀ ਚਾਹੁੰਦਾ ਨਾ ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਪ੍ਰਮਾਤਮਾ ਪ੍ਰਗਟ ਹੁੰਦਾ। ਗੁਰੂ ਰਹਿਨਮਾ ਹੈ, ਕਿਰਪਾ ਕਰਨ ਵਾਲਾ ਹੈ। ਅੱਗੇ ਇੱਕ ਹੋਰ ਲਫ਼ਜ਼ ਹੈ, ਗੁਰ ਥੀਆ ਸਾਖੀ ਤਾਂ ਡਿਠਮ ਆਖੀ, ਫਿਰ ਜਿਹਾ ਅਵਰ ਨਾ ਦੀਸੈ। ਗੁਰੂ ਸਿੱਖਿਆ ਦਿੰਦਾ ਹੈ, ਪਰਮਾਤਮਾ ਫਿਰ ਪ੍ਰਗਟ ਹੁੰਦਾ ਹੈ, ਆਪਾਂ ਦੀਦਾਰੇ ਕਰਦੇ ਹਾਂ। ਕਹਿੰਦੇ ਫਿਰ ਮੈਂ ਵੇਖਿਆ ਦੀਵਾਨ ਸਜਿਆ ਸੀ, ਮਸਲਤ ਸਜੀ ਹੋਈ ਹੈ, ਬੈਠੇ ਨੇ ਗਰੀਬੜੇ ਨਾ ਸਾਹਮਣੇ ਆਉਂਦੇ ਨੇ ਝੋਲੀ ਅੱਡ ਕੇ। ਸੋਨੇ ਦਾ ਸਿੰਘਾਸਣ ਹੈ, ਦਿੱਲੀ ਦੇ ਤਖਤ ਨਾਲੋਂ ਉੱਚਾ ਤਖਤ ਹੈ ਕੇਸਗੜ੍ਹ ਦਾ, ਆਨੰਦਾਂ ਦੀ ਪੁਰੀ ਦਾ। ਗਲ ਵਿੱਚ ਮੋਤੀਆਂ ਦੇ ਹਾਰ ਨੇ, ਬੜੇ ਬੜੇ ਮਹਿੰਗੇ ਸ਼ਮਿਆਨੇ ਚਰਨਾਂ ਵਿੱਚ ਨੇ, ਬੜੇ ਬੜੇ ਸੁੰਦਰ ਗਲੀਚੇ ਚਰਨਾਂ ਵਿੱਚ ਨੇ। ਰਤਨ ਰਾਏ ਵਰਗੇ ਬੜਾ ਸਾਜੋ ਸਮਾਨ ਗੁਰਾਂ ਦੇ ਚਰਨਾਂ ਵਿੱਚ ਅਰਪਿਤ ਕਰਦੇ ਸਨ, ਕਿਉਂਕਿ ਗੁਰੂ ਹੀ ਦੇਣ ਵਾਲਾ ਹੈ। ਜੇ 10ਵਾਂ ਹਿੱਸਾ ਦਸਵੰਧ ਦੇ ਵੀ ਦਿੱਤਾ ਗੁਰੂ ਦੇ ਦਰ ਤੇ ਉਹ ਵੀ ਸੰਗਤ ਨਹੀਂ ਭੋਗਣਾ ਹੈ। ਲੰਗਰ ਛਕ ਲਿਆ, ਚਾਨਣੀਆਂ ਲਾ ਕੇ ਸਮਾਗਮ ਕਰ ਲਏ। ਖੈਰ ਕਹਿੰਦਾ ਜਿਹੜਾ ਗਰੀਬੜਾ ਆ ਕੇ ਝੋਲੀ ਅੱਡਦਾ ਹੈ, ਝੋਲੀ ਭਰ ਦਿੰਦੇ, ਬਰਕਤਾਂ ਬਖਸ਼ ਦਿੰਦੇ ਨੇ, ਝੋਲੀਆਂ ਭਰ ਦਿੰਦੇ ਨੇ। ਕਹਿੰਦਾ ਮੈਂ ਹੈਰਾਨ ਸੀ, ਕਦੇ ਕਲਮ ਫੜੇ ਤੇ ਕਵੀ ਜਾਪੇ, ਤਲਵਾਰ ਫੜੇ ਤੇ ਸੂਰਬੀਰ ਜਾਪੇ। ਕਲਮ ਫੜੇ ਤੇ ਤੇਰੇ ਵਰਗਾ ਕਵੀ ਕੋਈ ਨਾ, ਤਲਵਾਰ ਫੜੇ ਤੇ ਤੇਰੇ ਵਰਗਾ ਸੂਰਮਾ ਕੋਈ ਨਾ। ਜੇ ਤੂੰ ਵਾਹਿਦ ਅੱਲਾ ਦਾ ਉਪਦੇਸ਼ ਕਰੇ ਤੇ ਤੇਰੇ ਵਰਗਾ ਰਹਿਬਰ ਕੋਈ ਨਾ। ਜੇ ਤਖਤ ਤੇ ਬਹਿ ਕੇ ਦਾਨ ਕਰੇ, ਦੁਨੀਆ ਦੇ ਹਰ ਬਾਦਸ਼ਾਹ ਦੇ ਦਰ ਤੋਂ ਕੋਈ ਨਾ ਕੋਈ ਖਾਲੀ ਜਾ ਸਕਦਾ ਹੈ, ਪਰ ਤੇਰੇ ਲੰਗਰਾਂ ਚੋਂ ਕੋਈ ਖਾਲੀ ਨਹੀਂ ਜਾਂਦਾ। ਮੈਨੂੰ ਤੂੰ ਬਾਦਸ਼ਾਹ ਜਾਪਦਾ ਹੈ। ਇੱਥੇ ਹੀ ਕਹਿੰਦੇ ਬਸ ਨਹੀਂ, ਕਹਿੰਦੇ ਮੈਂ ਵੇਖਦਾ ਹਾਂ ਉਹਦਾ ਸੁਭਾਅ ਬੜਾ ਦਇਆਵਾਨ, ਝੋਲੀਆਂ ਭਰਨ ਵਾਲਾ ਹੈ। ਬਾਣੀ ਚਾਹੁੰਦਾ ਹੈ ਨਾ, ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਗੁਰੂ ਬੜਾ ਦਿਆਲੂ ਹੈ। ਸਤਿਗੁਰ ਦਾਤਾ ਸਭਨਾ ਵਥ ਕਾ, ਪੂਰੇ ਭਾਗ ਮਿਲਾਵਣਿਆ। ਤੁਸੀਂ ਕੀ ਲੈਣ ਆਉਂਦੇ ਹੋ ਗੁਰੂ ਘਰ? ਜੇ ਝੋਲੀਆਂ ਭਰਦਾ ਹੈ ਤੇ ਆਉਂਦੇ ਹੋ ਨਾ। ਗੁਰੂ ਝੋਲੀਆਂ ਭਰਨ ਵਾਲਾ ਹੈ। ਹੀ ਇਜ਼ ਦਾ ਮਰਸੀਫੁਲ ਗਿਵਰ। ਉਹ ਝੋਲੀਆਂ ਭਰਨ ਵਾਲਾ ਹੈ, ਅਜ਼ਮਤਾਂ ਦੇਣ ਵਾਲਾ ਹੈ, ਬਰਕਤਾਂ ਦੇਣ ਵਾਲਾ ਹੈ। ਹੀ ਇਜ਼ ਆਲਵੇਸ ਕੰਪੈਸ਼ਨੇਟ। ਜਿਹੜਾ ਵੀ ਉਹਦੇ ਦਰ ਤੇ ਆਵੇਗਾ ਉਹ ਝੋਲੀਆਂ ਭਰਦਾ ਹੈ। ਉਹਦੀ ਬਰਕਤ ਐਸੀ ਹੈ, ਦਿਆਲੂ ਹੈ, ਦਇਆਵਾਨ ਹੈ, ਕਿਰਪਾ ਕਰਦਾ ਹੈ। ਹੁਣ
ਕਹਿੰਦੇ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਬੜੇ ਬੜੇ ਗਰੀਬੜੇ ਆਉਂਦੇ ਨੇ, ਝੋਲੀਆਂ ਭਰ ਕੇ ਲੈ ਜਾਂਦੇ ਨੇ। ਕਿੱਡਾ ਕੁ ਦਾਨੀ ਹੈ। ਵੇਖੋ ਖਾਲਸੇ ਲਈ, ਮਾਨਵਤਾ ਲਈ ਸਰਬੰਸ ਦਾਨ ਕਰ ਦਿੱਤਾ, ਸਾਹਿਬਜ਼ਾਦੇ ਦਾਨ ਕਰ ਦਿੱਤੇ, ਮਾਤਾ ਪਿਤਾ ਦਾਨ ਕਰ ਦਿੱਤੇ। ਪਹਿਲੇ ਪਿਤਾ ਕਟਾਇਆ, अब बेटे कटवाऊंगा, नानक का बाग खूनी जिगर से नहलाऊंगा, ऐसे ने पातशाह। कहंदे उधर ना विसाखी दा दिन सी, 1699 दी विसाखी, 1 विसाख 1756 बिक्रमी संमत। कहंदे जेड़ा झोलियां भरन वाला है, मैं अगली नदर वेख्या ਵੀਰ ਆਸਣ ਲਾ ਕੇ ਘੁਟਨਿਆਂ ਦੇ ਉੱਤੇ ਬੈਠ ਕੇ ਪੰਜਾਂ ਪਿਆਰਿਆਂ ਦੇ ਅੱਗੇ ਭਿਖਾਰੀ ਬਣ ਕੇ ਅੰਮ੍ਰਿਤ ਮੰਗ ਰਿਹਾ ਸੀ। ਤੇ ਕਹਿੰਦਾ ਮੈਨੂੰ ਕਹਿਣਾ ਪੈ ਗਿਆ ਵੀ ਇਹ ਤੇ ਉਹੀ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਤਖਤ ਤੇ ਬੈਠਾ ਬਾਦਸ਼ਾਹ ਹੈ, ਤੇ ਵੇਖੋ ਹੁਣ ਫਕੀਰ ਹੋਇਆ ਪਿਆ ਹੈ। ਕਹਿੰਦੇ ਤੇਰਾ ਕਿਹੜਾ ਰੂਪ ਬਿਆਨ ਕਰਾਂ, ਕਦੇ ਮੁਰਸ਼ਦ ਨੂੰ, ਕਦੇ ਆਗੂ ਨੂੰ ਸੇਵਕਾਂ ਦੇ ਸਾਹਮਣੇ ਨੀਵੇਂ ਹੋਏ ਤੱਕਿਆ ਹੈ, ਕਦੇ ਨਹੀਂ ਤੱਕੋਗੇ ਤੁਸੀਂ। ਇਹ ਕੇਵਲ ਗੁਰੂ ਗੋਬਿੰਦ ਸਿੰਘ ਐਸਾ ਕਰ ਸਕਦੇ ਨੇ। ਤਾਂ ਹੀ ਭਾਈ ਨੰਦ ਲਾਲ ਨੂੰ ਕਹਿਣਾ ਪੈ ਗਿਆ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ, ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ। ਝੋਲੀਆਂ ਭਰਨ ਵਾਲਾ, ਦਰਵੇਸ਼ ਦੇ ਅਰਥ ਸਮਝਿਓ, ਇਹ ਫਾਰਸੀ ਦਾ ਲਫ਼ਜ਼ ਹੈ, ਦਰ ਆਵੇਸ਼। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਆਵੇਸ਼ ਕਹਿੰਦੇ ਨੇ ਲਟਕਿਆ ਰਹਿਣ ਵਾਲਾ, ਟੰਗਿਆ ਰਹਿਣ ਵਾਲਾ। ਅਕਾਲ ਪੁਰਖ ਦੇ ਦਰ ਤੇ ਲਟਕਿਆ ਰਹਿਣ ਵਾਲਾ, ਇੱਕੇ ਦਰ ਦਾ। ਉਹ ਕੌਣ ਹੁੰਦਾ ਹੈ? ਫਕੀਰ, ਕੋਈ ਸੰਤ, ਕੋਈ ਨਿਰਮਾਣ ਹਸਤੀ, ਨਿਮਰਤਾ ਵਾਲਾ। ਕਹਿੰਦੇ ਕਿਧਰੇ ਤੂੰ ਬਾਦਸ਼ਾਹ ਜਾਪੇ, ਕਿਧਰੇ ਤੂੰ ਫਕੀਰ ਜਾਪੇ। ਤਾਂ ਹੀ ਕਿਹਾ ਨਾ ਭਾਈ ਗੁਰਦਾਸ ਦੂਜੇ ਨੇ, ਪੀਵੋ ਪਹੁਲ ਖੰਡ ਧਾਰ, ਹੋਏ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ, ਚੇਲਾ ਦਰਵੇਸੀ, ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਲਤੀਫ ਲਿਖਦੇ ਨੇ, ਕੀ ਲਿਖਾਂ, ਲਿਖਣ ਲੱਗਾ ਸੀ ਮੈਂ ਕਲਮ ਵੇਖ ਕੇ ਲਿਖਾਂ, ਇਹ ਬੜਾ ਮਹਾਨ ਕਵੀ ਹੈ, ਇਹਨੇ ਤਲਵਾਰ ਚੁੱਕ ਲਈ। ਲਿਖਣ ਲੱਗਾ ਸੀ ਇਹ ਬੜਾ ਮਹਾਨ ਸੂਰਬੀਰ ਹੈ, ਉਹਨੇ ਸਮੇਂ 'ਚ ਸ਼ਾਂਤ ਚਿੱਤ ਬੈਠਾ ਤਖਤ ਦੇ ਉੱਤੇ ਰਹਿਨੁਮਾ ਬਣ ਕੇ ਉਪਦੇਸ਼ ਦੇ ਰਿਹਾ ਹੈ, ਗੁਰੂ ਜਾਪਿਆ ਮੈਨੂੰ। ਫਿਰ ਤਖਤ ਤੇ ਬੈਠਾ ਬਾਦਸ਼ਾਹ ਜਾਪਿਆ, ਲਿਖਣ ਲੱਗਾ ਇਹਦੇ ਬਾਬਤ ਇਹ ਵੱਡਾ ਬਾਦਸ਼ਾਹ ਹੈ, ਝੋਲੀਆਂ ਭਰਦਾ, ਇਹਦਾ ਕੋਈ ਸਾਨੀ ਨਹੀਂ। ਅਗਲੀ ਅੱਖ ਉਹਦੇ ਵੱਲ ਤੱਕਿਆ ਤੇ ਉਹ ਭਿਖਾਰੀ ਬਣ ਕੇ ਅੰਮ੍ਰਿਤ ਮੰਗ ਰਿਹਾ ਸੀ। ਗੁਣ ਬੜੇ ਨੇ, ਅੰਤ ਕੋਈ ਨਹੀਂ ਪਾ ਸਕਦਾ। ਅੱਲਾ ਯਾਰ ਖਾਂ ਨੇ ਕਿਹਾ ਸੀ, ਕਿਸ਼ शान का रुतबा तेरा अल्लाह ओ गनी है, मस्कीन गरीबों में दलेरों में जरी है, अंगद है अमरदास है, अर्जुन भी तू ही है, नानक से लेकर तेग बहादुर तू सभी है, तीरथ नहीं कोई रूए रोशन के बराबर, दर्शन तेरे 10 गुरुओं के दर्शन के बराबर। ऐ गुरु गोबिंद सिंह बहुत उपमा थोर कही, तेरी उपमा बड़ी है, केवल समुंदर चों एक बुलबुला ही बयान कर सकते हाँ, ਇਹਦੇ ਨਾਲੋਂ ਵੱਧ ਕੇ ਨਹੀਂ। ਗੁਰੂ ਗੋਬਿੰਦ ਸਿੰਘ ਦੀ ਬੜੀ ਬੁਲੰਦ ਹਸਤੀ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੋ ਸਕਦਾ। ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ ਹੈ ਗਜ਼ਲ ਵਿੱਚ, ਕਹਿੰਦੇ ਉਹਦੀ ਕੀਮਤ ਤੇ ਕਿਸੇ ਨੇ ਕੀ ਪਾਉਣੀ ਹੈ, ਉਹਦੇ ਕੇਸਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ। ਉਹ ਬੜਾ ਸੁੰਦਰ ਲਿਖਦੇ ਨੇ। ਕਹਿੰਦੇ ਇੱਕ ਦਿਨ ਕੇਸੀ ਇਸ਼ਨਾਨ ਕਰਕੇ ਨਾ ਪਾਤਸ਼ਾਹ ਸੂਰਜ ਚੜ੍ਹਿਆ ਤੇ ਬੈਠੇ ਨੇ ਸਾਹਮਣੇ, ਕੇਸ ਹਰੇ ਕਰ ਰਹੇ ਨੇ, ਸੁਕਾ ਰਹੇ ਨੇ, ਤੇ ਉੱਪਰ ਛੋਟੀ ਦਸਤਾਰ ਲਈ ਹੈ, ਜ਼ੁਲਫਾਂ ਉੱਡ ਕੇ ਮਸਤਕ ਤੇ ਆਈਆਂ। ਯੂਸਫ ਵਰਗਿਆਂ ਦੀ ਸੁੰਦਰਤਾ ਵੀ ਸ਼ਰਮਿੰਦੀ ਸੀ ਕਲਗੀਧਰ ਅੱਗੇ। ਤਾਂ ਹੀ ਤੇ ਉਸਨੇ ਕਿਹਾ ਹੈ, ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਉਹ ਕਹਿੰਦਾ ਹੈ, ਹੋਏ ਨੇ ਯੂਸਫ, ਹੋਏ ਨੇ ਯੂਕਬ ਵਰਗੇ ਮਹਾਪੁਰਸ਼, ਪਰ ਗੁਰੂ ਗੋਬਿੰਦ ਵਰਗਾ ਨਹੀਂ ਕੋਈ। ਉਹ ਕੇਸ ਉੱਡ ਕੇ ਮਸਤਕ ਤੇ ਆਏ ਤੇ ਉਹਨੇ ਇੱਕ ਬਚਨ ਲਿਖਿਆ, ਕਹਿੰਦਾ ਦੀਨੋ ਦੁਨੀਆ ਦਰਕ ਮੰਦੇ, ਆ ਪੇਰੀ ਰੁਕ ਸਾਰੇ ਮਾਂ,
ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰੇ ਮਾਂ। ਗੁਰੂ ਗੋਬਿੰਦ ਸਿੰਘ ਦਾ ਮੁੱਲ ਤੇ ਕੋਈ ਕੀ ਪਾ ਸਕਦਾ। ਜਿਹੜੀਆਂ ਦੋ ਜ਼ੁਲਫਾਂ ਉੱਡ ਕੇ ਮਸਤਕ ਤੇ ਆਈਆਂ ਨੇ ਨਾ, ਲੋਕ ਤੇ ਪਰਲੋਕ ਦੋਹਾਂ ਆਲਮਾਂ ਦੀ ਦੌਲਤ ਵੀ ਇਹਨਾਂ ਦੋ ਕੇਸਾਂ ਦਾ ਮੁੱਲ ਨਹੀਂ ਤਾਰ ਸਕਦੀ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਗੁਰੂ ਵਰਗਾ ਮਰਾਤਬਾ ਕਿਸੇ ਦਾ ਨਹੀਂ। ਉਹਦੀ ਅਸਲ ਵਡਿਆਈ ਕੀ ਹੈ, ਸਮੁੰਦਰ ਬਾਬਤ ਸਮੁੰਦਰ ਆਪ ਹੀ ਜਾਣਦਾ ਹੈ। ਉਹਦੀ ਵਡਿਆਈ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤ ਨੇ, ਗੁਰਾਂ ਨੇ ਖਿਮਾ ਕਰ ਦੇਣੀ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ। ਸਰਬੱਤ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਖੰਡੇ ਦੀ ਪੌੜ ਛਕੋ ਜੀ, ਗੁਰੂ ਵਾਲੇ ਬਣੋ, ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ